ਅਸੀਂ ਅਗਲੇ ਮਹੀਨੇ ਤੋਂ ਆਏ ਸੀ 12 ਫਰਵਰੀ ਨੂੰ ਜੀ। तो ਉਹਦੇ ਬਾਅਦ ਫਿਰ ਸਾਡਾ ਉੱਥੇ 2-3 ਮਹੀਨੇ ਲਗਾਤਾਰ ਉੱਥੇ ਰਹੇ। ਫਿਰ ਹਜੂਰ ਸਾਹਿਬ ਤੇ ਜਾ ਕੇ ਆਏ ਪੈਣਾ ਤੇ ਵਿਆਸੀ ਕਰਕੇ ਉੱਥੇ 15 ਦਿਨ ਲਾ ਕੇ ਹੋਰ ਆ ਗਏ ਇੱਥੇ। ਔਰ ਮਹਾਰਾਜ ਕਿਰਪਾ ਨਾਲ ਜੋ ਬੰਦੀ ਸਿੰਘਾਂ ਦਾ ਮੋਰਚਾ ਹੈ ਸਾਡਾ ਉੱਥੇ ਆਸਣ ਵੀ ਲੱਗਿਆ। ਇੱਕ ਮੋਰਚੇ ਤੇ ਸਦਕਾ ਸਾਡੀ ਹਾਜ਼ਰੀ ਵੀ ਲੱਗਦੀ ਹੈ ਅਕਾਲ ਤਖਤ ਸਾਹਿਬ ਤੇ ਬਾਬਾ ਬਕਾਲੇ ਸਾਹਿਬ ਤੇ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਤੇ ਅਸੀਂ ਦਰਸ਼ਨ ਦੀਦਾਰੀ ਵੀ ਕਰੀ ਜਾਂਦੇ। ਔਰ ਉੱਥੇ ਸਾਡਾ ਇੱਕ ਕੰਮ ਵੀ ਚੱਲਦਾ ਸੀ ਉੱਥੇ ਬਾਣੀ ਵੀ ਸਿਲਾਈ ਕਰਦੇ ਗਾਤਰੇ ਵੀ ਸਿਲਾਈ ਕਰਦੇ ਨਾਲੇ ਪਰਮਾਤਮਾ ਕਰਕੇ ਸਾਡਾ ਰੋਜੀ ਰੋਟੀ ਵੀ ਚਲੀ ਜਾਂਦੀ। ਜਿੱਦਾਂ ਮਾਇਆ ਆ ਗਈ ਉੱਦਾਂ ਅਸੀਂ ਦਰਸ਼ਨ ਨਿਕਲ ਜਾਂਦੇ। ਔਰ ਬੰਦੀ ਸਿੰਘਾਂ ਦੇ ਅਰਦਾਸ ਵੀ ਕਰਦੇ ਕਿ ਛੇਤੀ ਛੇਤੀ ਬੰਦੀ ਸਿੰਘ ਵੀ ਰਿਹਾਈ ਹੋ ਜਾਣਾ ਖਾਲਸੇ ਪੰਥ ਦੇ ਅੰਦਰ ਵਿਚਰਨਾ। ਭਾਈ ਜੋ ਜਥੇਦਾਰ ਬਾਬਾ ਜਗਤਾਰ ਸਿੰਘ ਹਵਾਰਾ ਵੀ ਇਹ ਵੀ ਸਿੱਖ ਕੌਮ ਦੇ ਛੇਤੀ ਛੇਤੀ ਅਗਵਾਈ ਕਰਨਾ ਇਹੀ ਸਾਡੀ ਅਰਦਾਸ ਹੈ। ਆਏਗਾ ਸ਼ਸਤਰਾਂ ਤੇ ਜਿਹੜੇ ਬੱਚੇ ਖਿਡੌਣੇ ਵਾਸਤੇ ਰੋਂਦੇ ਉਹਨੇ ਸ਼ਸਤਰਾਂ ਵਾਸਤੇ ਰੋਣਾ ਮੰਮਾ ਆ ਸ਼ਸਤਰ ਲੈ ਦੋ ਆ ਸ਼ਸਤਰ ਲੈ ਦੋ। ਹੁਣ ਆਖਣ ਲੱਗਾ ਤੀਰ ਕਮਾਨ ਲੈ ਦੋ। ਹੁਣ ਵੇਖੋ 14000 ਦਾ ਤੀਰ ਕਮਾਨ ਉਹਨੂੰ ਕਿੱਥੇ ਲੈ ਕੇ ਦੇਣਾ ਸੀ। ਹੁਣ ਅੰਮ੍ਰਿਤਸਰ ਤੋਂ ਕੱਲ ਪਰਸੋਂ ਉਹਨੇ ਸ੍ਰੀ ਸਾਹਿਬ ਲੈ ਕੇ ਦਿੱਤੀ ਔਰ ਉਹਦੇ ਕੋਲ ਇੰਨੀ ਸ਼ਸਤਰ ਰਹਿ ਕੇ ਉਹਨੇ ਸ਼ਸਤਰ ਲੈ ਹੀ ਜਾਣਾ ਸ਼ਸਤਰ ਲੈ ਹੀ ਜਾਣਾ। ਉਹਨੇ ਕੀ ਸੰਗਤ ਕਹਿਣਾ ਚਾਹੁੰਦੇ ਜੀ? ਵੇਖੋ ਇਹ ਸੰਸਕਾਰ ਹੁੰਦੇ ਨੇ। ਅੱਜ ਅਸੀਂ ਆਪਣੇ ਬੱਚਿਆਂ ਨੂੰ ਇੰਗਲਿਸ਼ ਬੜਾ ਕੁਝ ਸਿਖਾ ਰਹੇ ਹਾਂ ਪਰ ਕਿਤੇ ਨਾ ਕਿਤੇ ਜਿਹੜੇ ਸਾਡੀਆਂ ਪੁਰਾਣੀਆਂ ਰੋਹ ਰੀਤਾਂ ਸੀ ਸੈਲਫ ਡਿਫੈਂਸ ਵਾਸਤੇ ਵੇਖੋ ਛੋਟਾ ਜਿਹਾ ਬੱਚਾ ਆਪਣੇ ਤੋਂ ਭਾਰੀ ਇਹ ਗੁਰੂ ਸਾਹਿਬ ਦੀ ਕਿਰਪਾ ਸਭ ਤੋਂ ਵੱਡੀ ਗੱਲ ਤੇ ਆ। ਦੂਸਰਾ ਮਾਪਿਓ ਨੇ ਸੰਸਕਾਰ ਐਵੇਂ ਦੇ ਦਿੱਤੇ ਆ ਕਿ ਉਹਨੂੰ ਆਪਣੇ ਪੁਰਾਤਨ ਵਿਰਸੇ ਨਾਲ ਪਿਆਰ ਆ। ਜਿੱਦਾਂ ਅਸੀਂ ਸਾਰੇ ਦੇਖਦੇ ਆ ਵੀ ਜਦੋਂ ਵੀ 5 ਪਿਆਰੇ ਚੁਣੇ ਜਾਂਦੇ ਆ 5 ਸਿੰਘ ਸਾਹਿਬਾਨ ਚੁਣੇ ਜਾਂਦੇ ਆ 5 ਆਗੂ ਚੁਣੇ ਜਾਂਦੇ ਆ ਅਸੀਂ ਸਭ ਤੋਂ ਪਹਿਲਾਂ ਦੇਖਦੇ ਆ ਵੀ ਉਹ ਗੁਰਮਤ ਦਾ ਧਾਰਨੀ ਹੈ ਕਿ ਨਹੀਂ। ਬਟ ਪ੍ਰੋਬਲਮ ਮੇਰੇ ਇੱਥੇ ਐਸਪੈਕਟ ਬਿਲਕੁਲ ਡਿਫਰੈਂਟ ਆ। ਮੈਂ ਸਮਝਦਾ ਕਿ ਗੁਰਮਤ ਦੇ ਨਾਲ ਨਾਲ ਇੰਡੀਅਨ ਡੈਮੋਕ੍ਰੇਸੀ ਸਿਸਟਮ ਇੰਡੀਅਨ ਸਟੇਟ ਪਾਲਿਸੀ ਔਰ ਜਿਹੜਾ ਇੰਡੀਅਨ ਕਲਚਰ ਆ ਭਲਾ ਕਿਹੜਾ ਕਲਚਰ ਸਟੇਟ ਦਾ ਕਲਚਰ ਉਹਨੂੰ ਸਮਝਣ ਵਾਲੇ ਸਿੰਘ ਅਸੀਂ ਕਿਉਂ ਨਹੀਂ ਚੁਣ ਪਾਉਂਦੇ ਜਿਨ੍ਹਾਂ ਨੇ ਟੱਕਰ ਦੇਣੀ ਹੈ ਜਿਨ੍ਹਾਂ ਨੇ ਸਟੇਟ ਨੂੰ ਸਮਝਣਾ ਹੈ ਔਰ ਸਟੇਟ ਦੀ ਪਾਲਿਸੀ ਨੂੰ ਅੱਗੇ ਰੱਖ ਕੇ ਸਾਡੀ ਕੌਮ ਨੂੰ ਡਿਫੈਂਡ ਕਰਨਾ ਹੈ। ਦਰਸ਼ਕੋ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਅੱਜ ਵਿਸ਼ਵ ਸਿੱਖ ਇਕੱਤਰਤਾ ਰੱਖੀ ਗਈ ਸੀ ਔਰ ਜਿਸ ਚਿਹਰੇ ਦੇ ਨਾਲ ਜਿਸ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਸ ਪਰਿਵਾਰ ਦੇ ਨਾਲ ਮਿਲਾਉਣ ਜਾ ਰਹੇ ਇਹ ਤੁਹਾਨੂੰ ਹਰੇਕ ਪੰਥਕ ਇਕੱਠ ਦੇ ਵਿੱਚ ਪੰਥਕ ਮੋਰਚੇ ਦੇ ਵਿੱਚ ਪਰਿਵਾਰ ਜ਼ਰੂਰ ਮਿਲੇਗਾ। ਪਿਛਲੇ ਕਾਫੀ ਲੰਮੇ ਸਮੇਂ ਤੋਂ ਤੁਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਪਰਿਵਾਰ ਨੂੰ ਬੱਚੇ ਨੂੰ ਵੇਖਿਆ ਹੋਵੇਗਾ। ਹਜੂਰ ਸਾਹਿਬ ਤੋਂ ਸਪੈਸ਼ਲ ਆਏ ਨੇ ਤਖਤ ਤੋਂ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ ਨੇ। ਇਸ ਇਕੱਤਰਤਾ ਦੇ ਵਿੱਚ ਇੱਕ ਸਿੱਖ ਹੋਣ ਦੇ ਨਾਂ ਤੇ ਨੇ ਸ਼ਿਰਕਤ ਕੀਤੀ ਆਪਣੇ ਸੁਝਾਅ ਦਿੱਤੇ ਨੇ ਜੋ ਇਥੋਂ ਮਤੇ ਪਾਸ ਹੋਣਗੇ ਜਾ ਕੇ ਆਪਣੇ ਦੱਖਣੀ ਸਿੰਘਾਂ ਨੂੰ ਵੀ ਦੱਸਣਾ ਹੈ। ਸੋ ਦੱਖਣੀ ਸਿੰਘ ਨੇ ਪਰਿਵਾਰ ਏ ਪੂਰੀ ਬਾਣੀ ਔਰ ਬਾਣੇ ਦਾ ਧਾਰਨੀ ਹੈ। ਸੋ ਇੱਥੇ ਹੀ ਕਲਗੀਧਰ ਪਾਤਸ਼ਾਹ ਨੇ ਸਾਨੂੰ ਬਾਣੀ ਔਰ ਬਾਣੇ ਦੇ ਨਾਲ ਜੋੜਿਆ ਸੀ। ਖੰਡੇ ਬਾਟੇ ਦੀ ਪੌਲ ਦੇ ਕੇ ਖਾਲਸੇ ਦੀ ਸਿਰਜਣਾ ਕੀਤੀ ਸੀ। ਪੰਚ ਪ੍ਰਧਾਨੀ ਦਾ ਸਿਧਾਂਤ ਸਾਡੀ ਝੋਲੀ ਦੇ ਵਿੱਚ ਪਾਇਆ ਸੀ। ਸੋ ਪਰਿਵਾਰ ਨਾਲ ਗੱਲ ਕਰਦੇ ਹਾਂ। ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਹਾਂਜੀ ਵੀਰ ਜੀ ਤੁਸੀਂ ਹਰ ਮਤਲਬ ਪੰਥਕ ਇਕੱਠ ਦੇ ਵਿੱਚ ਤੁਸੀਂ ਪਹੁੰਚਦੇ ਹੋ। ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਤੁਹਾਡੀ ਬੜੀ ਲੰਮੀ ਹਾਜ਼ਰੀ। ਕਿੰਨਾ ਚਿਰ ਹੋ ਗਿਆ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੈਠੇ ਨੂੰ? ਜਦੋਂ ਇਹ 7 ਜਨਵਰੀ ਨੂੰ ਚਾਲੂ ਹੋਇਆ ਸੀ ਨਾ ਬੰਦੀ ਸਿੰਘਾਂ ਦਾ ਮੋਰਚਾ ਤਾਂ ਅਸੀਂ ਅਗਲੇ ਮਹੀਨੇ ਤੋਂ ਆਏ ਸੀ 12 ਫਰਵਰੀ ਨੂੰ ਜੀ। ਤਾਂ ਉਹਦੇ ਬਾਅਦ ਫਿਰ ਸਾਡਾ ਉੱਥੇ 2-3 ਮਹੀਨੇ ਲਗਾਤਾਰ ਉੱਥੇ ਰਹੇ। ਫਿਰ ਹਜੂਰ ਸਾਹਿਬ ਤੇ ਜਾ ਕੇ ਆਏ ਪੈਣਾ ਤੇ ਵਿਆਸੀ ਕਰਕੇ ਉੱਥੇ 15 ਦਿਨ ਲਾ ਕੇ ਹੋਰ ਆ ਗਏ ਇੱਥੇ। ਔਰ ਮਹਾਰਾਜ ਕਿਰਪਾ ਨਾਲ ਜੋ ਬੰਦੀ ਸਿੰਘਾਂ ਦਾ ਮੋਰਚਾ ਹੈ ਸਾਡਾ ਉੱਥੇ ਆਸਣ ਵੀ ਲੱਗਿਆ। ਇੱਕ ਮੋਰਚੇ ਤੇ ਸਦਕਾ ਸਾਡੀ ਹਾਜ਼ਰੀ ਵੀ ਲੱਗਦੀ ਹੈ ਅਕਾਲ ਤਖਤ ਸਾਹਿਬ ਤੇ ਬਾਬਾ ਬਕਾਲੇ ਸਾਹਿਬ ਤੇ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਤੇ ਅਸੀਂ ਦਰਸ਼ਨ ਦੀਦਾਰੀ ਵੀ ਕਰੀ ਜਾਂਦੇ। ਔਰ ਉੱਥੇ ਸਾਡਾ ਇੱਕ ਕੰਮ ਵੀ ਚੱਲਦਾ ਸੀ ਉੱਥੇ ਬਾਣੀ ਵੀ ਸਿਲਾਈ ਕਰਦੇ ਗਾਤਰੇ ਵੀ ਸਿਲਾਈ ਕਰਦੇ ਨਾਲੇ ਪਰਮਾਤਮਾ ਕਰਕੇ ਸਾਡਾ ਰੋਜੀ ਰੋਟੀ ਵੀ ਚਲੀ ਜਾਂਦੀ। ਜਿੱਦਾਂ ਮਾਇਆ ਆ ਗਈ ਉੱਦਾਂ ਅਸੀਂ ਦਰਸ਼ਨ ਨਿਕਲ ਜਾਂਦੇ। ਔਰ ਬੰਦੀ ਸਿੰਘਾਂ ਦੇ ਅਰਦਾਸ ਵੀ ਕਰਦੇ ਕਿ ਛੇਤੀ ਛੇਤੀ ਬੰਦੀ ਸਿੰਘ ਵੀ ਰਿਹਾਈ ਹੋ ਜਾਣਾ ਖਾਲਸੇ ਪੰਥ ਦੇ ਅੰਦਰ ਵਿਚਰਨਾ। ਭਾਈ ਜੋ ਜਥੇਦਾਰ ਬਾਬਾ ਜਗਤਾਰ ਸਿੰਘ ਹਵਾਰਾ ਵੀ ਇਹ ਵੀ ਸਿੱਖ ਕੌਮ ਦੇ ਛੇਤੀ ਛੇਤੀ ਅਗਵਾਈ ਕਰਨਾ ਇਹੀ ਸਾਡੀ ਅਰਦਾਸ ਹੈ। ਦੱਖਣੀ ਸਿੰਘਾਂ ਕੋਲ ਕਲਾ ਬੜੀ ਹੈ ਸ਼ਸਤਰਾਂ ਦੀ ਵੀ। ਆਪਾਂ ਵੇਖੋ ਕਲਗੀਧਰ ਪਾਤਸ਼ਾਹ ਦੇ ਕੇ ਗਏ ਤੁਹਾਡੇ ਕੋਲ ਸ਼ਸਤਰ ਵੀ ਬੜੇ ਮਤਲਬ ਪੁਰਾਤਨ ਤੋਂ ਪੁਰਾਤਨ ਸ਼ਸਤਰ ਔਰ ਵਧੀਆ ਤੋਂ ਵਧੀਆ ਮਿਲਦੇ ਨੇ। ਔਰ ਤੁਸੀਂ ਨਾਲ ਤੁਸੀਂ ਆ ਗਾਤਰਿਆਂ ਦੀ ਸਿਖਲਾਈ ਇਹ ਸਾਰੀ ਇਹ ਹੁਨਰ ਤੁਹਾਨੂੰ ਪੀੜ੍ਹੀ ਦਰ ਪੀੜ੍ਹੀ ਮਿਲਿਆ ਆਪਣੇ ਵੱਡ ਵਡੇਰਿਆਂ ਤੋਂ ਮਿਲਿਆ? ਨਹੀਂ ਜੀ ਹੁਣ ਇੱਕ ਮਹਾਂਪੁਰਸ਼ਾਂ ਨੇ ਇੱਥੇ ਰਹਿੰਦੇ ਬਾਬਾ ਸੀਤਲ ਸਿੰਘ ਕਰਕੇ ਉਹਨਾਂ ਨੇ ਮਸ਼ੀਨ ਦਵਾਈ ਸਾਨੂੰ ਲਾਕਡਾਊਨ ਤੇ। ਫਿਰ ਅਸੀਂ ਮੋਬਾਈਲ ਨੂੰ ਵੇਖ ਕੇ ਸਿੰਘਣੀ ਸਿੱਖਦੇ ਰਹੀ ਉਹਦੇ ਗਾਤਰੇ ਬਣਾਉਂਦੇ ਰਹੇ। ਔਰ ਜੋ ਆਪ ਜੀ ਸ਼ਸਤਰਾਂ ਦੀ ਗੱਲ ਕੀਤੀ ਨਾ ਸਾਨੂੰ ਦੱਖਣੀ ਸਿੰਘ ਵੀ ਆਖਦੇ ਉੱਥੇ ਹਜੂਰੀ ਸਿੰਘ ਆਖਦੇ ਮਹਾਰਾਜ ਨਾਲ ਜੁੜੇ ਨਾ ਹੁਣ ਦਸਤਾਰ ਸਜਾਉਂਦੇ ਜੋ ਅਕਾਲ ਤਖਤ ਸਾਹਿਬ ਤੇ ਉਹਦਾ ਦਸਤਾਰ ਉੱਤੇ ਦਰਬਾਰ ਸਾਹਿਬ ਤੇ ਸਜਾਉਣੇ ਨਾ ਇਹਦੇ ਕਰਕੇ ਉਹਦੇ ਹਜੂਰੀ ਸਿੰਘ ਵੀ ਆਖਦੇ। ਇਹਦੇ ਕਰਕੇ ਚਲੋ ਦਰਦੇ ਪਿੜਦੀ ਜੋ ਸਾਡੇ ਦਾਦਾ ਪਰਦਾਦੇ ਸੀ ਨਾ ਉਹਨਾਂ ਦੇ ਕੋਲ ਸ਼ਸਤਰ ਹੈ ਨਾ ਸਾਂਭ ਕੇ ਰੱਖੇ ਮਹਾਰਾਜ ਦੇ ਟਾਈਮ ਜਦੋਂ ਮਹਾਰਾਜ ਨੇ ਮਾਲ ਟਿਕੜੀ ਗੁਰਦੁਆਰਾ ਹੈ
ਉੱਤੇ 96 ਕਰੋੜ ਖਾਲਸਾ ਹੀ ਪ੍ਰਗਟ ਹੋਣਾ, ਨਾਲ ਸੰਗਤ ਸਾਹਿਬ ਗੁਰਦੁਆਰਾ ਸੀ। ਜਦ ਮਹਾਰਾਜ ਨੇ ਸਾਰੇ ਮੋਰਚੇ ਫਤਿਹ ਕੀਤੇ, ਜੰਗ ਜੂਤ ਸਾਰੇ ਫਤਿਹ ਕਰਕੇ ਨਾ ਫਿਰ ਹਜੂਰ ਸਾਹਿਬ ਤੋਂ ਨਾ ਸੋਨਾ ਵਰਤਾਇਆ ਸੰਗਤ ਸਾਹਿਬ ਤੇ। ਹੁਣ ਵੀ ਟਾਲੇਗੀ ਸੰਗਤ ਸਾਹਿਬ ਗੁਰਦੁਆਰਾ ਉੱਥੇ, ਉਹ ਟਾਲਣ ਨਾਲ ਸਾਰੇ ਸਿੰਘਾਂ ਨੂੰ ਹੈ ਨਾ ਸੋਨਾ ਵਰਤਿਆ ਮਹਾਰਾਜ ਨੇ। ਜਦੋਂ ਮਹਾਰਾਜ ਨੇ ਆਖਿਆ ਬੋਲੇ ਜਿਨ੍ਹਾਂ ਨੂੰ ਰੋਕਣਾ ਰੋਕੋ, ਬੋਲੇ ਜਿਨ੍ਹਾਂ ਨੂੰ ਪੰਜਾਬ ਜਾਣਾ ਪੰਜਾਬ ਚੱਲ ਜਾਓ ਬੋਲੇ ਆਪਣੇ ਘਰੇ। ਮਹਾਰਾਜ ਨੇ ਕੋਈ ਬੱਚਨ ਵੀ ਸੀ ਉੱਥੇ, ਕੋਈ ਲੋੜਵੰਦ ਪਰਿਵਾਰ ਸੀ ਉੱਥੇ ਰਹਿੰਦੇ ਸੀ। ਮਹਾਰਾਜ ਬੋਲੇ ਸਾਡੇ ਪਰਿਵਾਰ ਨਾਲ ਸਿੰਘਾਂ ਨੂੰ ਆਖੋ ਵਿਆਹ ਕਰੋ। तो फिर वो सिंघाण महाराज ने आख्या ਸਿੰਘੋ ਵਿਆਹ ਕਰ ਲੋ। तो ਸਿੰਘਾਂ ने आख्या महाराज बोले ਅਸੀਂ ਇੰਨੇ ਸੋਹਣੀ ਦੀ ਚਿੜੀਆ ਸਾਡੇ ਪੰਜਾਬ ਤੇ ਅੰਮ੍ਰਿਤਸਰ ਧਰਤੀ ਤੇ ਉੱਥੇ ਇੰਨੇ ਸੋਹਣੇ ਸੋਹਣੇ ਕਿ ਕੁੜੀਆਂ ਹੈ ਬੋਲੇ ਅਸੀਂ ਉਹ ਛੱਡ ਕੇ ਇੱਥੇ ਕਿਸ ਤਰ੍ਹਾਂ ਕਰਨਾ। ਬੋਲੇ ਉਹ ਜੋ ਬਚਨ ਮੰਨਿਆ ਮਹਾਰਾਜ ਨਾ ਉੱਥੇ ਰਹਿ ਗਏ। ਫਿਰ ਉਹਨਾਂ ਨੂੰ ਇੱਕ ਨਾਂ ਦਿੱਤਾ ਉੱਥੇ ਉਹ ਧਰਤੀ ਤੇ ਡਕਣੀ ਸਿੰਘ ਵੀ ਹਜੂਰ ਸਿੰਘ ਜੋ ਮਹਾਰਾਜ ਨਾਲ ਹਰਦਮ ਹਜੂਰੀ ਵਿੱਚ ਰਹਿੰਦੇ ਸੀ। ਇਹਦੇ ਕਰਕੇ ਜੀ ਹਾਂ ਜੀ ਵਾਹਿਗੁਰੂ ਜੀ। ਕੀ ਸਿੰਘ ਦਾ ਕੀ ਨਾਮ ਆ ਜੀ? ਇਹ ਹਜੂਰ ਸਿੰਘ ਨਾਂ ਆਏਗਾ ਜੀ ਉਹਦਾ। ਹਜੂਰ ਸਾਹਿਬ ਤੋਂ ਇਹਦਾ ਨਾਮ ਹੀ ਹਜੂਰ ਸਿੰਘ। ਹਾਂ ਜੀ ਹਜੂਰ ਸਿੰਘ। ਕਿੰਨੀ ਉਮਰ ਇਹਦੀ? ਹਾਂਜੀ 4 ਸਾਲ ਦਾ ਹੋ ਗਿਆ ਜੀ ਵਾਹਿਗੁਰੂ। ਗਤਕਾ ਬੜਾ ਸੋਹਣਾ ਆਪਾਂ ਵੇਖਦੇ ਆਂ ਆਮ ਚੈਨਲਾਂ ਤੇ ਸੋਸ਼ਲ ਮੀਡੀਆ ਤੇ, ਇਹਦਾ ਗਤਕਾ ਜਿਹੜਾ ਬੜਾ ਕਮਾਲ ਦਾ ਹੈ। ਇਹ ਗਤਕਾ ਤੁਸੀਂ ਸਿਖਾਇਆ ਕਿ ਇੱਕ ਗੋਡ ਗਿਫਟ ਹੀ ਹੈ ਪ੍ਰਮਾਤਮਾ? ਇਹਨੂੰ ਦੱਸੋ ਪੁੱਛੋ ਕੌਣ ਸਿਖਾਇਆ ਗਤਕਾ? ਕਿਹਨੇ ਸਿਖਾਇਆ? ਹਜੂਰ ਸਿੰਘ ਜੀ बोलो। अच्छा खुद ही सीखा है। ਅਸੀਂ ਖੁਦ ਹੀ ਸਿੱਖਿਆ। मोबाइल में वेख के भी। ਮੋਬਾਈਲ ਵੇਖ ਕੇ ਸਿੱਖਿਆ? हाँ जी हाँ जी ਵਾਹ ਜੀ ਵਾਹ। ਹੋਰ ਕੀ ਸਿੱਖਣਾ ਹੈ? ਘੋੜਸਵਾਰੀ ਵੀ ਸਿੱਖਣੀ, ਘੋੜਾ ਰੱਖਣਾ? हाँ जी मूल मंत्र भी बोलता जी। ਅੱਛਾ ਜੀ। बोलो सुना दो। एक ओंकार ओंकार सतनाम सतनाम करता करता पुरख निर्भय निरभव निर्भय निर्वैर अकाल अकाल मूरत अजूनी छेबंग अजूनी साहिबं गुप्पसान गुर प्रसाद जप जप आठ आ सच हाँ तुझा सच जुगा सच है भी सच है भी सच नानक नानक होती भी सच है। जयकारा छड़ दो। जे कल जावे छैदा सिंगाते बन पावे। सत श्री अकाल। ਦੇਖੋ ਛੋਟਾ ਜਿਹਾ ਬੱਚਾ ਔਰ ਬਾਣੀ ਤੇ ਬਾਣੇ ਦਾ ਧਾਰਨੀ ਹੈ। ਸਿਖਲਾਈ ਜਿਹੜੀ ਕਲਗੀਧਰ ਪਾਤਸ਼ਾਹ ਨੇ ਸਾਨੂੰ ਦਿੱਤੀ ਸੀ, ਵੇਖੋ ਉਹ ਵੀ ਉਹਨੇ ਲਈ ਹੋਈ ਹੈ ਔਰ ਕਹਿੰਦਾ ਵੀ ਆਪਣੇ ਆਪ ਸਿੱਖਿਆ। ਕਿੱਡੀ ਕਮਾਲ ਦੀ ਗੱਲ ਹੈ। ਸੋ ਅੱਜ ਅਸੀਂ ਆਪਣੇ ਬੱਚਿਆਂ ਨੂੰ ਇੰਗਲਿਸ਼ ਦੇ ਵਿੱਚ ਪੋਇਮਾਂ ਸਿਖਾ ਰਹੇ ਹਾਂ, ਇੰਗਲਿਸ਼ ਦੇ ਵਿੱਚ ਬੜਾ ਕੁਝ ਸਿਖਾ ਰਹੇ ਹਾਂ, ਪਰ ਸਾਡੀ ਬਦਕਿਸਮਤੀ ਅਸੀਂ ਆਪਣਾ ਮੂਲ ਮੰਤਰ ਨਹੀਂ ਸਿਖਾ ਰਹੇ। ਬਾਣੀ ਦੇ ਨਾਲ ਨਹੀਂ ਜੋੜੇ। ਦੁੱਖ ਇਸ ਗੱਲ ਦਾ ਵੇਖੋ ਛੋਟਾ ਜਿਹਾ ਬੱਚਾ ਉਹਨੂੰ 10 ਗੁਰੂ ਦੇ ਨਾਮ ਵੀ ਆਉਂਦੇ, ਸਾਰਾ ਕੁਝ ਮਮਾ ਪਾਠ ਵੀ ਕਰ ਲੈਂਦਾ ਥੋੜਾ ਬਹੁਤ ਬਾੜਾ ਮੋਟਾ ਸਾਰਾ ਸਿਖਾਇਆ। ਸਾਰੇ ਨਾਲ ਬਹਿ ਕੇ ਸਿੱਖਦਾ, ਅਸੀਂ ਨਹੀਂ ਸਿੱਖਦਾ। ਉਹਨੂੰ ਨਾ ਇੰਨਾ ਜਿਹਾ ਚਾਅ ਹੈਗਾ ਸ਼ਸਤਰਾਂ ਦਾ, ਮਤਲਬ ਜਿਹੜਾ ਗੁਰੂ ਦੇ ਨਾਲ ਜੁੜਨ ਦਾ। ਉਹ ਮੋਬਾਈਲ ਤੇ ਉਹੀ ਚੀਜ਼ ਵੇਖਦਾ ਜਿਹੜਾ ਬਾਣਾ ਕਿਵੇਂ ਪਾਉਂਦੇ, ਲੇਖ ਸਿੰਘਾ ਸ਼ਸਤਰ ਕਿਵੇਂ ਲੈਂਦੇ, ਸਾਰਾ ਕੁਝ ਉਹਨੂੰ ਸਾਰਾ ਸ਼ਸਤਰਾਂ ਦਾ ਵੀ ਜਾਂਚ ਹੈ ਕਿ ਕਿਹੜਾ ਸ਼ਸਤਰ ਹੈ। ਹੁਣ ਤੱਕ ਸਾਨੂੰ ਜਾਂਚ ਨਹੀਂ ਉਹ ਸ਼ਸਤਰਾਂ ਦਾ। ਨਾ ਤੁਹਾਨੂੰ ਨਹੀਂ ਪਤਾ, ਇਹਨੂੰ ਪਤਾ। ਉਹਨੂੰ ਸਾਰਾ ਕੁਝ ਪਤਾ, ਸਾਰਾ ਗੁਰੂਆਂ ਦਾ ਨਾਮ ਪਤਾ, ਕਿਹੜਾ ਇਤਿਹਾਸ ਹੈਗਾ ਕਿਹੜਾ ਨਹੀਂ, ਸਾਰਾ ਕੁਝ ਉਹ ਪਤਾ ਕਰ ਲੈਂਦਾ। ਤਬਲਾ ਆਪੇ ਬਜਾ ਤਬਲਾ ਵੀ ਬਜਾ ਲੈਂਦਾ। ਉਹਦਾ ਮਤਲਬ ਅਸੀਂ ਵੇਖਦੇ ਕਿ ਉਹਦੇ ਵਿੱਚ ਕੋਈ ਪਰਮਾਤਮਾ ਦਾ ਰੂਪ ਹੀ ਆਇਆ, ਕੋਈ ਸਿੰਘੀ ਪੁਰਾਤਨ ਆਇਆ ਜਿਹੜਾ ਉਹ ਉਹਦੇ ਕਰਤਾ ਉਹਦੇ। ਕਹਿੰਦੇ ਵੀ ਉਹਨੂੰ ਕੋਈ ਬਹੁਤਾ ਸਿਖਾਉਣਾ ਨਹੀਂ ਪੈਂਦਾ, ਆਪਣੇ ਆਪ ਸਿੱਖਦਾ। ਵੀ ਸਾਨੂੰ ਇਉਂ ਲੱਗਦਾ ਵੀ ਕੋਈ ਪੁਰਾਤਨ ਸਿੱਖ ਉਹੀ ਰੂਹ ਆਈ ਹੈ, ਕੋਈ ਨਾਮ ਜਪਣ ਵਾਲੀ। ਸੋ ਵੇਖੋ ਕੁਝ ਸੰਸਕਾਰ ਵੀ ਹੁੰਦੇ ਨੇ ਮਾਂ-ਬਾਪ ਦੇ, ਕੁਝ ਚਲੋ ਇਹਦੇ ਅੰਦਰ ਵੀ ਕੋਈ ਸ਼ੱਕ ਨਹੀਂ ਵੀ ਉਹ ਪੂਰਬਲੇ ਘਰੋਂ ਵੀ ਨਾਲ ਆਉਂਦੇ ਨੇ। ਗੁਰਬਾਣੀ ਨੇ ਕਿਹਾ ਵੀ ਕੋਈ ਮਾਂ-ਬਾਪ ਦੇ ਸੰਸਕਾਰ ਵੀ ਹੁੰਦੇ ਨੇ। ਅੱਜ ਵੇਖੋ ਬੱਚਾ ਬਾਣੀ ਔਰ ਬਾਣੇ ਦਾ ਧਾਰਨੀ ਆ, ਮੂਲ ਮੰਤਰ ਉਹਨੇ ਸਿਖਾਇਆ। ਔਰ ਸੋਸ਼ਲ ਮੀਡੀਆ ਤੋਂ ਤੁਸੀਂ ਵੇਖਿਆ ਹੋਣਾ ਵੀ ਬਾ ਕਮਾਲ ਗਤਕਾ, ਐਡੀ ਛੋਟੀ ਉਮਰ ਦਾ। ਕਿੰਨੀ ਉਮਰ ਹੈ ਜੀ ਇਹਦੀ? ਹਾਂਜੀ 4 ਸਾਲ ਦਾ ਹੋ ਗਿਆ ਜੀ। 4 ਸਾਲ ਦਾ ਬੱਚਾ ਵੇਖੋ ਬਾਣੀ ਵੀ ਪੜ੍ਹਦਾ ਹੈ, ਭੈਣ ਨੇ ਕਿਹਾ ਤਬਲਾ ਵੀ ਵਜਾਉਣ ਦੀ ਕੋਸ਼ਿਸ਼ ਕਰਦਾ ਹੈ ਔਰ ਗਤਕਾ ਬਾ ਕਮਾਲ। ਆਪਾਂ ਸੋਸ਼ਲ ਮੀਡੀਆ ਤੇ ਵੇਖਿਆ ਵੀ ਛੋਟਾ ਜਿਹਾ ਬੱਚਾ ਕਿੱਡਾ ਸੋਹਣਾ ਗਤਕਾ ਖੇਡਦਾ ਹੈ। ਸੋ ਕਹਿੰਦੇ ਵੀ ਉਹ ਸ਼ਸਤਰਾਂ ਦੇ ਨਾਂ ਸਾਨੂੰ ਨਹੀਂ ਪਤਾ, ਹਾਲਾਂਕਿ ਸਾਨੂੰ ਇਹ ਚੀਜ਼ਾਂ ਵਿਰਾਸਤ ਤੇ ਦੱਖਣੀ ਸਿੱਖਾਂ ਨੂੰ ਮੇਰੇ ਪਾਤਸ਼ਾਹ ਨੇ ਦਿੱਤੀਆਂ ਸੀ, ਪਰ ਕਹਿੰਦੇ ਵੀ ਉਹ ਸ਼ਸਤਰਾਂ ਦੇ ਸਾਨੂੰ ਨਾਮ ਨਹੀਂ ਪਤਾ ਜਿਹੜੇ ਛੋਟੇ ਜਿਹੇ ਬੱਚੇ ਨੂੰ ਪਤਾ ਹੈ। ਸੋ ਗਤਕਾ ਵੀ ਖੇਡੋ। ਹਜੂਰ ਸਿੰਘ ਨਾਂ। ਹਾਂਜੀ ਇੰਨੀ ਉਹਨੂੰ ਮਤਲਬ ਇੰਨਾ ਚਾਹੇਗਾ ਸ਼ਸਤਰਾਂ ਤੇ। ਜਿਹੜੇ ਬੱਚੇ ਖਿਡੌਣੇ ਵਾਸਤੇ ਰੋਂਦੇ, ਉਹਨੇ ਸ਼ਸਤਰਾਂ ਵਾਸਤੇ ਰੋਣਾ, ਮੰਮਾ ਆ ਸ਼ਸਤਰ ਲੈ ਦੋ, ਆ ਸ਼ਸਤਰ ਲੈ ਦੋ। ਹੁਣ ਆਖਣ ਲੱਗਾ ਤੀਰ ਕਮਾਨ ਲੈ ਦੋ। ਹੁਣ ਵੇਖੋ 14,000 ਦਾ ਤੀਰ ਕਮਾਨ ਉਹਨੂੰ ਕਿੱਥੇ ਲੈ ਕੇ ਦੇਣਾ ਸੀ। ਹੁਣ ਅੰਮ੍ਰਿਤਸਰ ਤੋਂ ਕੱਲ ਪਰਸੋਂ ਉਹਨੇ ਸ੍ਰੀ ਸਾਹਿਬ ਲੈ ਕੇ ਦਿੱਤੀ ਔਰ ਉਹਦੇ ਕੋਲ ਇੰਨੀ ਸ਼ਸਤਰ ਰਹਿ ਕੇ ਉਹਨੇ ਸ਼ਸਤਰ ਲੈ ਹੀ ਜਾਣਾ, ਸ਼ਸਤਰ ਲੈ ਹੀ ਜਾਣਾ। ਉਹਨੇ ਕੀ ਸੰਗਤ ਕਹਿਣਾ ਚਾਹੁੰਦੇ ਜੀ? ਵੇਖੋ ਇਹ ਸੰਸਕਾਰ ਹੁੰਦੇ ਨੇ। ਅੱਜ ਅਸੀਂ ਆਪਣੇ ਬੱਚਿਆਂ ਨੂੰ ਇੰਗਲਿਸ਼ ਬੜਾ ਕੁਝ ਸਿਖਾ ਰਹੇ ਹਾਂ, ਪਰ ਕਿਤੇ ਨਾ ਕਿਤੇ ਜਿਹੜੇ ਸਾਡੀਆਂ ਪੁਰਾਣੀਆਂ ਰੋਹ ਰੀਤਾਂ ਸੀ ਸੈਲਫ ਡਿਫੈਂਸ ਵਾਸਤੇ, ਵੇਖੋ ਛੋਟਾ ਜਿਹਾ ਬੱਚਾ ਆਪਣੇ ਤੋਂ ਭਾਰੀ ਸ੍ਰੀ ਸਾਹਿਬ ਨੂੰ ਵੇਖੋ ਕਿੱਡਾ ਸੋਹਣਾ ਬਣਾ ਰਿਹਾ। ਇਹ ਗੁਰੂ ਸਾਹਿਬ ਦੀ ਕਿਰਪਾ
ਸਭ ਤੋਂ ਵੱਡੀ ਗੱਲ ਤੇ ਆ। ਦੂਸਰਾ ਮਾਪਿਓ ਨੇ ਸੰਸਕਾਰ ਐਵੇਂ ਦੇ ਦਿੱਤੇ ਆ ਕਿ ਉਹਨੂੰ ਆਪਣੇ ਪੁਰਾਤਨ ਵਿਰਸੇ ਨਾਲ ਪਿਆਰ ਆ। ਨਹੀਂ ਤੇ ਆਮ ਅੱਜ ਦੀ ਡੇਟ 'ਚ ਤੁਸੀਂ ਦੇਖਿਆ ਹੋਣਾ ਬੱਚੇ ਮੋਬਾਈਲਾਂ ਤੇ ਬਿਜੀ ਆ, ਛੋਟੇ ਤੋਂ ਛੋਟੇ ਬੱਚੇ। ਲੇਕਿਨ ਇਸ ਬੱਚੇ ਨੇ ਆ ਸ਼ਸਤਰ ਪਹਿਨ ਕੇ ਬਾਣਾ ਪਾ ਕੇ ਸਾਬਤ ਕਰਤਾ ਕਿ ਇਹ ਆਪਣੇ ਵਿਰਸੇ ਨਾਲ ਇੰਨਾ ਡੂੰਘਾ ਜੁੜਿਆ ਹੋਇਆ। ਤੇ ਅਸੀਂ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਵੀ ਇਹ ਹਮੇਸ਼ਾ ਹੀ ਸਿੱਖੀ ਬਾਣੇ 'ਚ, ਸਿੱਖੀ ਰੋਹ ਰੀਤ ਦੇ ਵਿੱਚ ਜੁੜਿਆ ਰਹੇ। ਅਸੀਂ ਇਹ ਅਰਦਾਸ ਕਰਦੇ ਹਾਂ। ਆਖਦਾ ਮੈਂ ਗੁਰਦੁਆਰਾ ਬਣਾਣਾ ਤੇ ਗੁਰਦੁਆਰਾ ਬਣਾ ਕੇ ਗਰੀਬ ਸਿੰਘਾਂ ਦੇ ਮੈਂ ਘਰ ਬਣਾ ਕੇ ਦੇਣਾ। ਇਹ ਮੇਰੀ ਇੱਛਾ ਹੈ ਕਿ ਸਾਰਾ ਕੁਝ ਉਹ ਇਹਦਾ ਦਾ ਦਸਤਾ ਕਿ ਮੈਂ ਸਕੂਲ ਵੀ ਨਹੀਂ ਜਾਣਾ, ਮੈਂ ਜਥੇਦਾਰ ਬਣਨਾ ਤੇ ਗਰੀਬ ਸਿੰਘਾਂ ਦਾ ਜਿਹੜਾ ਗਰੀਬ ਲੋੜਵੰਦ ਪਰਿਵਾਰ ਹੈਗਾ ਉਹਨੇ ਭਲਾਈ ਕਰਨੀ। ਉਹਨੂੰ ਤੁਸੀਂ ਦੱਸੋ ਉਹਦਾ ਸੁਪਨਾ ਕੀ ਹੈਗਾ। ਏਦਾਂ ਦਾ ਆਖੀ ਜਾਂਦਾ ਕਿ ਮੈਂ ਪੁਰਾਣਾ ਸਿੰਘ ਹੈਗਾ। ਹਜੂਰ ਸਿੰਘ ਜੀ, ਵੱਡੇ ਹੋ ਕੇ ਕੀ ਕਰਨਾ? ਵੱਡੇ ਹੋ ਕੇ ਕੀ ਕਰੋਗੇ? ਵੱਡੇ ਹੋ ਕੇ ਕੀ ਕਰੋਗੇ? ਵੱਡੇ ਹੋ ਕੇ ਕੀ ਕਰੋਗੇ? ਗੁਰਦੁਆਰਾ ਬਣਾਉਣਾ। ਕਿੱਥੇ ਬਣਾਣਾ? ਗੁਰਦੁਆਰਾ ਬਣਾ ਕੀ ਕਰੋਗੇ? ਗੁਰਦੁਆਰੇ ਪਹਿਲਾਂ ਬੜੇ ਨੇ। ਨਹੀਂ ਸਿੰਘਾਂ ਨੂੰ ਖੋਲ ਬਣਾ ਕੇ ਦੇਣਾ। ਹਾਂ ਸਿੰਘਾਂ ਨੂੰ ਹਾਂ ਕਿੱਥੇ ਬਣਾਣਾ ਗੁਰਦੁਆਰਾ? ਬੋਲੋ। ਹਿਮਾਚਲ ਤੇ। ਹਿਮਾਚਲ ਚ। ਤੁਸੀਂ ਜਨਮ ਕਿੱਥੇ? ਤੁਹਾਡੇ ਪਿਓ ਦਾ ਨਾਮ ਕੀ ਹੈ? ਬੋਲੋ। ਪਿਤਾ ਦਾ ਨਾਮ? ਗੁਰੂ ਗੋਬਿੰਦ ਮਾਤਾ? ਮਾਤਾ ਸਾਹਿਬ ਦੀ ਮਾਂ ਜੀ, ਚੜ੍ਹਦੀ ਕਲਾ। ਦੇਖੋ ਛੋਟਾ ਜਿਹਾ ਬੱਚਾ ਹੈ, ਕਿੱਡੀਆਂ ਬਾ ਕਮਾਲ ਗੱਲਾਂ ਕਰਦਾ। 4 ਸਾਲ ਦਾ ਬੱਚਾ ਹੈ, ਕਿੱਡਾ ਸੋਹਣਾ ਗੱਤਕਾ ਵੀ ਖੇਡਦਾ। ਵੇਖੋ ਔਰ ਮੂਲ ਮੰਤਰ। ਹਾਂਜੀ, ਉਹਦੇ ਦਾਦੀ ਨੇ ਇੱਕ ਵਾਰੀ ਕੀ ਕੀਤਾ ਸੀ, ਪੈਂਟ ਸ਼ਰਟ ਲੈ ਕੇ ਇਹਨੇ ਕੜੀ ਸ੍ਰੀ ਸਾਹਿਬ ਤੇ ਸਿੱਧਾ ਉਹ ਪੈਂਟ ਸ਼ਰਟ ਦੇ 2 ਟੁਕੜੇ ਕਰ ਦਿੱਤੇ ਉਹਨੇ। ਇਹਨੇ ਕਦੀ ਮਤਲਬ ਪੈਂਟ ਸ਼ਰਟ ਪਾਉਂਦਾ ਹੀ ਨਹੀਂ, ਹਮੇਸ਼ਾ ਚੋਲਾ ਹੀ ਪਾ ਕੇ ਰਹਿੰਦਾ। ਹਮੇਸ਼ਾ ਤੁਸੀਂ ਕਦੋਂ ਵੀ ਵੇਖੋ ਹਜ਼ੂਰ ਸਾਹਿਬ ਨੂੰ ਵੀ ਕਿਨਾਂ ਨੂੰ ਪੁੱਛੋ, ਇਹ ਹਮੇਸ਼ਾ ਚੋਲਾ ਹੀ ਪਾ ਕੇ ਤੇ ਬਾਣੇ ਕਛੇਰਾ ਹੀ ਰਹਿੰਦਾ। ਉਹਦੇ ਮੋਰਚੇ ਤੇ ਵੀ ਤੁਸੀਂ ਕਿਨਾਂ ਦੇ ਸਿੰਘਾਂ ਨੂੰ ਪੁੱਛ ਲਓ, ਕਦੀ ਪੈਂਟ ਸ਼ਰਟ ਨਹੀਂ ਪਾਉਂਦਾ। ਇੱਕ ਤੁਹਾਨੂੰ ਉਦਾਹਰਨ ਵੀ ਦੇਣਾ ਮੈਂ। ਜਦੋਂ ਮਹਾਰਾਜ 1699 ਖਾਲਸਾ ਪੰਥ ਸਾਜਿਆ ਸੀ, ਜੋ ਆਪਾਂ ਜੋ ਧਰਤੀ ਤੇ ਖਲੋਤੇ ਗੁਰਦੁਆਰਾ ਕੇਸਗੜ੍ਹ ਸਾਹਿਬ ਤੇ ਹੈ ਨਾ, ਜਦੋਂ ਹਜੂਰ ਸਾਹਿਬ ਤੇ ਜਦੋਂ ਤੇ ਮਹਾਰਾਜ ਕਿਰਪਾ ਤੁਹਾਨੂੰ ਆਖਿਆ ਨਾ, ਜਦੋਂ ਜੋ ਮਹਾਰਾਜ ਨਾਲ ਜੋ ਸਿੰਘ ਵਿਚਰਤੇ ਗਏ ਉੱਥੇ ਹਜੂਰ ਸਾਹਿਬ ਤੋਂ, ਜਦੋਂ ਮਹਾਰਾਜ ਨੇ ਉੱਥੇ ਸੱਚਖੰਡ ਗਮਨ ਵੀ ਕੀਤਾ ਸੀ ਹਜੂਰ ਸਾਹਿਬ ਤੇ, ਫਿਰ ਉਧਰੋਂ ਤੋਂ ਬਾਅਦ ਮਹਾਰਾਜ ਕਿਰਪਾ ਸਿੱਖੀ ਜੁੜਦੀ ਰਹੀ। ਹੁਣ ਜਿੱਤਰੇ ਉੱਥੇ ਕਈ ਜਣਾ ਹੈ ਨਾ, ਇੱਕ ਮਾਧਿਅਮ ਤੁਹਾਨੂੰ ਬੱਕਰੇ ਦੀ ਗੱਲ ਵੀ ਆਖ ਸਕਦੇ, ਬੋਲ ਸਕਦੇ ਨਾ ਆਪਾਂ। ਜਦੋਂ ਹੁਣ ਉੱਥੇ ਬੱਕਰੇ ਜੋ ਚਟਕਦੇ, ਜਦੋਂ ਬੰਦਾ ਸਿੰਘ ਬਹਾਦਰ ਜੀ ਹੈ ਨਾ, ਗੁਰਦੁਆਰਾ ਬੰਦਾਗਾਟ ਸਾਹਿਬ ਗੁਰਦੁਆਰਾ ਹਜੂਰ ਸਾਹਿਬ ਤੇ, ਜਦੋਂ ਉਹਨਾਂ ਨੂੰ ਨਾ ਬੈਰਾਗ ਚੜ ਗਿਆ ਸੀ, ਜੋ ਵੀ ਆਉਂਦਾ ਸੀ ਨਾ ਉਹਨਾਂ ਦੀ ਪਲੰਗ ਟਾ ਦਿੰਦਾ ਸੀ, ਜੋ ਦੀ ਆਣਾ ਟਾ ਦੇਣਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਪਤਾ ਹੀ ਪਰਵੇਦ ਬਚਨ ਹੋਇਆ ਸੀ, ਉਹਨਾਂ ਦਾ ਨਾਮ ਮਾਧੋ ਦਾਸ ਬੈਰਾਗੀ ਸੀ। ਤੇ ਉਹਨਾਂ ਨੇ ਉੱਥੇ ਬੰਦਾ ਘਾਟ ਤੇ ਆਸਨ ਲਾਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਖੇਡਦੇ ਖੇਡਦੇ ਚਲ ਗਏ, ਪਲੰਗ ਤੇ ਬਹਿ ਗਏ। 5 ਵੀਰ ਸੀ ਉਹਨਾਂ ਦੇ ਕੋਲ, ਬੰਦਾ ਸਿੰਘ ਬਹਾਦਰ ਦੇ ਕੋਲ। ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉੱਥੇ ਜਿਤਨਾ ਬਹਿ ਗਏ, ਉਹ ਪਲੰਗ ਚੱਕਣ ਨੂੰ ਕੀਤਾ ਤਾਂ ਹਿਲਿਆ ਨਹੀਂ, ਮਾਸਾ ਹਿਲਿਆ ਨਹੀਂ, ਸਾਰੇ ਪਚ ਕੇ ਆ ਗਏ। ਜਿੰਨੀ ਵੀਰ ਸੀ, ਜਿੰਨੀ ਉਹਨਾਂ ਦੇ ਕੋਲ ਸ਼ਕਤੀ ਸੀ, ਜਿੰਨਾ ਜਾਦੂ ਟੋਨਾ ਸੀ, ਕੋਈ ਚੱਲਿਆ ਨਹੀਂ। तो वो पच के आ गए। बोले महाराज, बोले तुसी आ गए, बोले तुसी इतने बकरे चटक दिते, बोले इन्ना पाप किया, बोले हुण मेरी भगती ते ध्यान नहीं लेना। बोले जा, बोले पंजाब धरती ते किन्ना बंदा साहिबजादियां नूं बोले इन्होंने निगाह विच चिनाता, बोले इन्ना गरीब परिवार नूं मार दे, बोले उत्थे वेख लाया तां कुछ भी नहीं। बोले ਜਦੋਂ ਤੇ ਉੱਥੇ ਬੱਕਰੇ ਚਟਕੇ, ਜਦੋਂ 5 ਬੱਕਰੇ ਚਟਕੇ, ਜਦੋਂ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਿਆ, ਤੁਸੀਂ ਵੀਡੀਓ ਵੀ ਵੇਖ ਸਕਦੇ, ਹਰ ਪਾਸੇ ਇਤਿਹਾਸ ਤੇ ਵੀ ਜ਼ਿਕਰ ਹੈ। ਹੁਣ ਇੱਥੇ ਹੀ ਮਹਾਰਾਜ ਨੇ 5 ਪਿਆਰੇ ਸਾਜੇ ਸੀ, ਜਦੋਂ ਇੱਥੇ ਵੀ ਆਖਦੇ ਮਹਾਰਾਜ ਨੇ 5 ਪਿਆਰੇ ਦੀ ਤੋਣ ਵੱਖਰੀ ਕੀਤੀ, ਕੋਈ ਆਖਦੇ ਬੱਕਰੇ ਚਟਕਦੇ। ਪਰ ਉਧਰੋਂ ਤਾਂ ਇੱਕ ਮਰਿਆਦਾ ਹੈ, ਜਦੋਂ ਤੇ ਚਲੋ ਪਹਿਲੇ ਸਿੰਘਾਂ ਦੇ ਜੰਗ ਜੂਦ ਹੁੰਦੇ ਸੀ, ਦਸਮ ਮਹਾਰਾਜ ਦੇ ਅੰਦਰ ਵੀ ਹੈ, ਜੇ ਚੰਡੀ ਦਾ ਜ਼ਿਕਰ ਕੀਤਾ ਮਹਾਰਾਜ ਨੇ, ਚੰਡੀ ਦੀ ਜਿਤਨਾ ਜੂਤ ਕਰਦੀ ਸੀ ਨਾ, ਉਦੈ ਸਿੰਘ ਵੀ ਪਹਿਲੇ ਯੁੱਧ ਕਰਦੇ ਸੀ। ਉਹ ਯੁੱਧ ਦੇ ਟਾਈਮ ਤੇ ਸ਼ਸਤਰ ਹੈ। ਔਰ ਇੱਕ ਬੰਦਾ ਸਿੰਘ ਬਹਾਦਰ ਦੇ ਟਾਈਮ ਜੋ ਬੱਕਰੇ ਚਟਕੇ ਸੀ, ਉਧਰੋਂ ਇੱਕ ਮਰਿਆਦਾ ਚੱਲੀ। तो जो शस्त्राणु और तिलक लाए थे, सिंह साहब जी बाबा कुलवंत सिंह कई साल तो सेवा करते, उस तो पहले बाबा मुनि सिंह जी बाबा हजूरा सिंह जी, वो विआह नहीं कराते कभी भी। जो वो टाइम तो मर्यादा चली है बकरे दे ना उतरो भी आप हम इतिहास खोलन गए ना, सब तो पहला आप बंदा सिंह बहादुर तो बाद जो प्रगट चंडी प्रगट की सी नैना देवी, उत्थे ही महाराज बकरे चटके सी। जो महाराज सारे पंडित आखते सी, महाराज बोले महापुरुषा की बली चाहिए, बोले महापुरुष ने बाबा जी ने कहा तुहाडे तो तगड़ा तुहाडे तो महापुरुष कौन तगड़ा है, बोले तुसी साधु तुहाडी तो वो फस गया। जो महाराज ने उत्ते बकरा चटकिया से जो चंडी प्रगट हुई सी। बोलने का भाव ये है, बाणी पढ़न दे नाल शस्त्र है, ये तो मर्यादा पुरानी चली जाती, किंतु परंतु करन नाल कुछ होंदा नहीं। जो महाराज बाणी के अंदर भी गुरु ग्रंथ साहब महाराज के अंदर मास कर मूर्ख चढ़े ज्ञान ध्यान नहीं जाना है, कौन मास कौन साका किसका ही पांडे। बोलने
ਦਾ ਮਤਲਬ ਇਹ ਹੈ ਹਰ ਇੱਕ ਚੀਜ਼ ਤੇ ਮਾਂ ਸੇ। ਜਦੋਂ ਬੱਚਾ ਪੈਦਾ ਹੋ ਜਾਂਦਾ ਉਹਨੂੰ ਦੁੱਧ ਨਹੀਂ ਪਿਲਾ ਸਕਦੇ ਆਪਾਂ, ਉਹਨੂੰ ਦੁੱਧ ਪਾਣੀ ਨਹੀਂ ਪਿਲਾ ਸਕਦੇ, ਉਹਨੂੰ ਦੁੱਧ ਹੀ ਪਿਲਾਉਂਦੇ। ਇਹ ਬੋਲਣ ਦਾ ਮਤਲਬ ਇਹ ਹੈ ਜਦੋਂ ਤੇ ਉੱਥੇ ਬੱਚਾ ਪੈਦਾ ਹੋ ਜਾਂਦਾ ਨਾ ਉਹਨੂੰ ਸਿੱਕੀ ਨਾਲ ਹੀ ਜੋੜ ਦਿੰਦੇ। ਪਰ ਜਿੰਨਾ ਇਹਨਾਂ ਨੇ ਕੋਈ ਉਲਟ ਕੀਤਾ ਤਾਂ ਉਹਨੂੰ ਕੌਮ ਤੋਂ ਬਾਹਰ ਕਰ ਦਿੰਦੇ। ਇੱਥੇ ਮਹਾਰਾਜ ਦੀ ਇੰਨੀ ਕਿਰਪਾ ਹੈ, ਹਰ ਪਾਸੇ ਅਰਦਾਸ ਕਰਦੇ ਕਿ ਹਰ ਪਾਸੇ ਸਿੱਕੀ ਸਿੱਧਾ ਬਣਨਾ। ਔਰ ਇਹ ਕਿ ਅੱਜ ਵਿਸ਼ਵ ਸਿੱਖ ਏਕਤਾ ਇੱਥੇ ਵੀ ਹਰ ਪਾਸੇ ਜਥੇਦਾਰ ਸੰਗਤਾਂ ਦੇ ਕਹਿਣ ਨਾਲ, ਸੰਗਤਾਂ ਦੇ ਇਕਤਰ ਨਾਲ, ਸੰਗਤਾਂ ਦਾ ਜੋ ਸੰਗਤਾਂ ਆਖਦੀ ਉਹ ਫੈਸਲਾ ਲੈਣਾ ਆਪਣੇ ਮਨ ਨਾਲ, ਕਮੇਟੀ ਨਾਲ। ਇਧਰ ਬਦਲਣਾ ਨਹੀਂ ਬਾਦਲ ਪਰਿਵਾਰ ਨੇ, ਸੰਗਤਾਂ ਦੇ ਇਕਤਰ ਨਾਲ, ਸੰਗਤਾਂ ਸੁਣ ਕੇ यही फैसला करना चाहिए। जथेदार की है की नहीं, संगता ने आके जो गलती फड़ना संगता ने कर ना सकता, कोई भी आके जितना लिफाफे वर्ग नहीं होना सिस्टम। यही साड़ी असे मोर्चे ते भी हजूर साहब तो ये साड़ी अरदास है, यही करके असी इत्थे आए। सानू तुसी मौका दिता न्यूज़ तो बहुत चढ़दी कला जी। वाहिगुरू धन्यवाद जी जी। बादल परिवार नाल कल्ले नाल नहीं हुंदा, संगता दी भी राय लेनी चाहिए केड़ा जथेदार था अकाल तख्त नूं थापना चाहिए केड़ा नहीं चाहिए। हाँ ਇਹ ਗੱਲ ਸਹੀ ਹੈ, ਸੰਗਤ ਦੀ ਰਾਏ ਲੈ ਕੇ ਸਾਰਾ ਕੁਝ ਫੈਸਲਾ ਹੁੰਦਾ ਹੈ, ਤਾਂ ਨਹੀਂ ਹੁੰਦਾ। ਸੋ ਬੜੀ ਸੋਹਣੀ ਗੱਲ ਕੀਤੀ ਇਹਨਾਂ ਨੇ, ਕਹਿੰਦੇ ਵੀ ਅਜੇ ਤਾਈਂ ਜਿਵੇਂ ਹਰੇਕ ਬੁਲਾਰੇ ਨੇ ਇਹੋ ਗੱਲ ਕੀਤੀ ਵੀ ਇੱਕ ਪਰਿਵਾਰ ਦਾ ਸਾਡੇ ਤਖਤਾਂ ਤੇ ਸਾਡੀਆਂ ਸਰਮੌਰ ਕਮੇਟੀਆਂ ਤੇ ਕਬਜ਼ਾ। ਸੋ ਕਬਜ਼ੇ ਦੀ ਗੱਲ ਹਰੇਕ ਬੰਦੇ ਨੇ ਕੀਤੀ, ਪਰ ਕਬਜ਼ਾ ਟੁੱਟੇਗਾ ਕਿਵੇਂ? ਅਸੀਂ ਆਪੋ ਆਪਣੀ ਢੱਡ ਵਜਾ ਰਹੇ ਹਰੇਕ ਜਥੇਬੰਦੀ, ਇਹਦਾ ਫਾਇਦਾ ਕਿਹਨੂੰ ਮਿਲਣ ਵਾਲਾ ਹੈ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸੋ ਅੱਜ ਕੀ ਇੱਥੋਂ ਗੁਰਮਤੇ ਲਏ ਜਾਂਦੇ ਨੇ? ਜਿਹੜੀ ਗੁਰਮਤੇ ਦੀ ਜਿਹੜੀ ਪ੍ਰਥਾ ਸੀ, ਜਿਹੜੀ ਅਲੋਪ ਹੋ ਰਹੀ ਸੀ, ਜਿਹੜੀ ਪੰਚ ਪ੍ਰਧਾਨੀ ਖਤਮ ਹੋ ਰਹੀ ਸੀ, ਉਹਨੂੰ ਸੁਰਜੀਤ ਕਰਨ ਦੇ ਲਈ ਇਹ ਅੱਜ ਪ੍ਰੋਗਰਾਮ ਲਿਖਿਆ ਗਿਆ। ਸੋ ਇਹਦੇ ਕੀ ਪ੍ਰਣਾਮ ਨਿਕਲਦੇ ਨੇ, ਕੀ ਸਿੱਟੇ ਨਿਕਲਦੇ ਅੱਜ ਦੀ ਇਕੱਤਰਤਾ ਦੇ ਵਿੱਚੋਂ ਤੁਹਾਨੂੰ ਲੱਗਦਾ ਕੋਈ ਨਿਕਲੇਗਾ? ਮੈਂ ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਕਰਨਾਲ ਹਰਿਆਣੇ ਤੋਂ ਆਇਆ। ਮੈਂ ਸਮਝਦਾ ਕਿ ਇੱਕ ਪੁਰਾਤਨ ਜਿਹੜੀ ਰੀਤ ਸੀ ਉਹਨੂੰ ਸੁਰਜੀਤ ਕਰਨ ਦਾ ਇੱਕ ਯਤਨ ਆ, ਬਟ ਇਹਦੇ 'ਚ ਵੀ ਅਜੇ ਬਹੁਤ ਸਾਰੀ ਇੰਪਰੂਵਮੈਂਟ ਹੋਣੀ ਬਾਕੀ ਆ। ਜਿੱਦਾਂ ਅਸੀਂ ਸਾਰੇ ਦੇਖਦੇ ਹਾਂ ਵੀ ਜਦੋਂ ਵੀ ਪੰਜ ਪਿਆਰੇ ਚੁਣੇ ਜਾਂਦੇ ਆ, ਪੰਜ ਸਿੰਘ ਸਾਹਿਬਾਨ ਚੁਣੇ ਜਾਂਦੇ ਆ, ਪੰਜ ਆਗੂ ਚੁਣੇ ਜਾਂਦੇ ਆ, ਅਸੀਂ ਸਭ ਤੋਂ ਪਹਿਲਾਂ ਦੇਖਦੇ ਹਾਂ ਵੀ ਉਹ ਗੁਰਮਤ ਦਾ ਧਾਰਨੀ ਹੈ ਕਿ ਨਹੀਂ। ਬਟ ਪ੍ਰੋਬਲਮ ਮੇਰੇ ਇੱਥੇ ਐਸਪੈਕਟ ਬਿਲਕੁਲ ਡਿਫਰੈਂਟ ਆ। ਮੈਂ ਸਮਝਦਾ ਕਿ ਗੁਰਮਤ ਦੇ ਨਾਲ ਨਾਲ ਇੰਡੀਅਨ ਡੈਮੋਕ੍ਰੇਸੀ ਸਿਸਟਮ, ਇੰਡੀਅਨ ਸਟੇਟ ਪਾਲਿਸੀ ਔਰ ਜਿਹੜਾ ਇੰਡੀਅਨ ਕਲਚਰ ਆ, ਭਲਾ ਕਿਹੜਾ ਕਲਚਰ? ਸਟੇਟ ਦਾ ਕਲਚਰ। ਉਹਨੂੰ ਸਮਝਣ ਵਾਲੇ ਸਿੰਘ ਅਸੀਂ ਕਿਉਂ ਨਹੀਂ ਚੁਣ ਪਾਉਂਦੇ? ਜਿਨ੍ਹਾਂ ਨੇ ਟੱਕਰ ਦੇਣੀ ਹੈ, ਜਿਨ੍ਹਾਂ ਨੇ ਸਟੇਟ ਨੂੰ ਸਮਝਣਾ ਹੈ ਔਰ ਸਟੇਟ ਦੀ ਪਾਲਿਸੀ ਨੂੰ ਅੱਗੇ ਰੱਖ ਕੇ ਸਾਡੀ ਕੌਮ ਨੂੰ ਡਿਫੈਂਡ ਕਰਨਾ ਆ। ਸਾਡੇ 'ਚ ਉਹ ਚੀਜ਼ ਕਿਉਂ ਨਹੀਂ ਆ ਰਹੀ? ਦੂਸਰੀ ਗੱਲ, ਅੱਜ ਸਾਰੇ ਅਸੀਂ ਇੱਕ ਗੱਲ ਕਹਿ ਰਹੇ ਹਾਂ, ਅਕਾਲ ਤਖਤ, ਸ਼੍ਰੀ ਅਕਾਲ ਤਖਤ, ਸ਼੍ਰੀ ਅਕਾਲ ਤਖਤ। ਮੈਂ ਕਹਿੰਦਾ ਸ਼੍ਰੀ ਅਕਾਲ ਤਖਤ ਸਾਹਿਬ ਨਾਂ ਅੰਗਰੇਜ਼ਾਂ ਨੇ ਪ੍ਰਚਲਿਤ ਕੀਤਾ। ਉਸ ਤੋਂ ਪਹਿਲਾਂ ਦਾ ਨਾਮ ਅਕਾਲੀ ਬੁੰਗਾ ਸੀਗਾ, ਦੈਟ ਇਜ਼ ਅ ਬੁੰਗਾ। ਜਿਹੜਾ ਬੁੰਗਾ ਸੀਗਾ ਉਹਨੂੰ ਅਕਾਲ ਤਖਤ ਸਾਹਿਬ 'ਚ ਕਨਵਰਟ ਕਿਵੇਂ ਕੀਤਾ ਗਿਆ? ਅਸੀਂ ਉਦੋਂ ਕਿਉਂ ਨਹੀਂ ਬੋਲੇ? ਸਾਡਾ ਪੰਥ ਉਦੋਂ ਇੰਨਾ ਕਮਜ਼ੋਰ ਸੀ ਜਾਂ ਪੰਥ ਨੂੰ ਸਮਝ ਹੀ ਨਹੀਂ ਆਈ ਵੀ ਸਾਡੇ ਨਾਲ ਹੋਇਆ ਕੀ ਆ। ਅੱਗੇ ਆ ਜਾਓ। ਪਰ ਇਹ ਅਕਾਲ ਤਖਤ ਆਪਾਂ ਹਿਸਟਰੀ 'ਚ ਪੜ੍ਹਦੇ ਹਾਂ। ਨਹੀਂ ਜੀ, ਇਹ ਹੈ ਨਹੀਂ ਹੈ ਹਿਸਟਰੀ 'ਚ ਕਿਤੇ ਵੀ। ਤੁਸੀਂ ਦੇਖੋ 1920 ਤੋਂ ਅਕਾਲ ਤਖਤ ਦਾ ਜਥੇਦਾਰ ਲੱਗਣਾ ਸ਼ੁਰੂ ਹੋਇਆ। ਤੁਸੀਂ ਵੇਖ ਲਓ, ਪੂਰੀ ਹਿਸਟਰੀ ਦੇਖ ਲਓ ਸਾਡੀ। ਜਿਹੜੇ ਅਸੀਂ ਅਕਾਲ ਤਖਤ ਜਥੇਦਾਰ ਅਕਾਲੀ ਫੂਲਾ ਸਿੰਘ, ਬਿਲਕੁਲ ਅਕਾਲੀ ਫੂਲਾ ਸਿੰਘ ਇਜ਼ ਨੋਟ ਅ ਜਥੇਦਾਰ, ਹੀ ਵਾਜ਼ ਅ ਜਥੇਦਾਰ ਆਫ ਅਕਾਲੀ ਜਥਾ। ਉਹ ਸੇਵਾਦਾਰ ਸੀਗੇ, ਉਹ ਰਣ ਤੱਤੇ 'ਚ ਜੂਝਣ ਵਾਲੇ ਜਥੇਦਾਰ ਸੀਗੇ, ਨਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ। ਤੇ ਉਹ ਕੀ ਸੀ ਕਿ ਪੰਥਕ ਜਥੇਦਾਰ ਸੀਗਾ। ਸੋ ਇਹ ਗੱਲਾਂ ਨੇ, ਇਹਨਾਂ ਗੱਲਾਂ ਨੂੰ ਸਾਨੂੰ ਸਮਝਣ ਦੀ ਲੋੜ ਆ ਵੀ ਪੰਥ ਕੀ ਆ। ਹੁਣ ਅਸੀਂ ਕਹਿੰਦੇ ਵੀ ਆ ਬੰਦਿਆਂ ਦਾ ਸਮੂਹ ਜਿਹੜਾ ਪੰਥ ਆ, ਇਹ ਗਲਤ ਆ। ਪੰਥ ਸਿਰਫ ਇੱਕ ਹੀ ਆ, ਗੁਰੂ ਗ੍ਰੰਥ ਸਾਹਿਬ, ਵੀ ਆਰ ਪੰਥਕ। ਅਸੀਂ ਉਹਦੇ ਚੱਲਣ ਵਾਲੇ ਆ। ਗੁਰੂ ਸਾਹਿਬ ਪੰਥ ਆ, ਅਸੀਂ ਪੰਥਕ ਆ। ਪੰਥਕ ਬੰਦਿਆਂ ਦਾ ਬਾਜ਼ਿਆ ਰਸਤਾ ਹੈ, ਪੰਥ ਰਸਤਾ ਹੈ, ਅਸੀਂ ਉਸ ਰਸਤੇ ਤੇ ਚੱਲਣ ਵਾਲੇ ਪੰਥਕ ਆ। ਸਾਨੂੰ ਇਸ ਗੱਲ ਨੂੰ ਸਮਝਣਾ ਪਏਗਾ। ਅੱਜ ਦੂਸਰੀ ਜਿਹੜੀ ਸਭ ਤੋਂ ਵੱਡਾ ਨੁਕਤਾ ਹੈ ਅੱਜ ਦੀ ਇਕੱਤਰਤਾ ਦਾ, ਇਹਨਾਂ ਨੇ ਇੱਕ ਪਿਰਤ ਪਾਈ ਆ। ਅੱਜ ਮੈਂ ਕਹਿੰਦਾ 100 ਸਾਲ ਬਾਅਦ 100 ਈਅਰ 1920 ਚ ਜਿਹੜਾ ਸਾਡੀ ਸ਼੍ਰੋਮਣੀ ਕਮੇਟੀ ਦਾ ਨੀਂਹ ਵੱਜਦੀ ਹੈ, ਜਦੋਂ ਸਾਕਾ ਨਨਕਾਣਾ ਸਾਹਿਬ ਹੁੰਦਾ, ਤੇ ਉਹਦੇ 100 ਸਾਲਾਂ ਬਾਅਦ ਅੱਜ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਤੇ ਮੈਂ ਸਮਝਦਾ ਵੀ ਅਗਲੇ ਵਾਲੇ ਟਾਈਮ ਦੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹਦੇ 'ਚ ਹੋਰ ਇੰਪਰੂਵਮੈਂਟ ਲੈ ਕੇ ਆਈਏ ਤਾਂ ਕਿ ਇਹਨੂੰ ਆਪਾਂ ਸੁਰਜੀਤ ਕਰ ਸਕੀਏ। ਸੋ ਧੰਨਵਾਦ। ਵਕੀਲ ਸਾਹਿਬ ਨੇ ਬੜੇ ਵਧੀਆ ਸੁਝਾਅ ਰੱਖੇ ਨੇ। ਹੋਰ ਵੀ ਪੰਥਕ ਚਿਹਰੇ ਆਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਦੇ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।